ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਵੇਖਦੇ ਹੋ। ਇਸ ਦੇ ਲਈ ਅਸੀਂ ਤੁਹਾਡੀ ਸਭਨਾਂ ਦੀ ਪ੍ਰਸ਼ੰਸਾ ਕਰਦੇ ਹਾਂ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਬੜੀ ਦਿਲਚਸਪੀ ਦੇ ਨਾਲ ਵੇਖ ਰਹੇ ਹੋ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਯਹੂਨਾ ਨਬੀ ਦੀ ਪੁਸਤਕ ਦੇ 4 ਅਧਿਆਇ ਦਾ ਅਧਿਐਨ ਕਰ ਰਹੇ ਸੀ ਅਤੇ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚੋਂ ਸਾਮਰੀ ਇਸਤਰੀ ਦੇ ਬਾਰੇ ਜਾਣ ਰਹੇ ਸੀ, ਜੋ ਕਿ ਯਾਕੂਬ ਦੇ ਖੂਹ ਤੋਂ ਦੁਪਹਿਰ ਦੇ ਵੇਲੇ ਪਾਣੀ ਭਰਨ ਨੂੰ ਆਈ ਸੀ ਅਤੇ ਉਸ ਦੀ ਪ੍ਰਭੂ ਯਿਸੂ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ। ਪ੍ਰਭੂ ਯਿਸੂ ਜੀ ਨੇ ਨਾਲ ਉਸ ਦੀ ਮੁਲਾਕਾਤ ਨਾ ਸਿਰਫ ਉਸ ਦੀ ਸੋਚ ਦੇ ਉੱਤੇ ਇੱਕ ਵੱਡਾ ਪ੍ਰਭਾਵ ਪਾਉਂਦੀ ਹੈ, ਸਗੋਂ ਉਸ ਦੇ ਪੂਰੇ ਜੀਵਨ ਨੂੰ ਬਦਲ ਦਿੰਦੀ ਹੈ। ਉਹ ਆਪਣੇ ਅਨੈਤਿਕ ਜੀਵਨ ਨੂੰ ਛੱਡ ਕੇ ਨੈਤਿਕ ਜੀਵਨ ਨੂੰ ਜੀਣ ਦੇ ਲਈ ਮੁੜ ਜਾਂਦੀ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੋਰ ਵਿਅਕਤੀ ਦੇ ਬਾਰੇ ਗੱਲਬਾਤ ਕਰਾਂਗੇ, ਜੋ ਕਿ ਇੱਕ ਅਮੀਰ ਜਵਾਨ ਹਾਕਮ ਸੀ ਅਤੇ ਪ੍ਰਭੂ ਯਿਸੂ ਜੀ ਨੂੰ ਮਿਲਣ ਦੇ ਲਈ ਉਹਨਾਂ ਦੇ ਕੋਲ ਆਂਦਾ ਹੈ। ਆਓ ਇਸ ਅਮੀਰ ਜਵਾਨ ਹਾਕਮ ਦੇ ਬਾਰੇ ਜਾਣਨ ਦੇ ਲਈ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ। ਅਤੇ ਯਿਸੂ ਉਸ ਆਦਮੀ ਨੂੰ ਕਹਿ ਰਿਹਾ ਹੈ, ਜੇ ਤੂੰ ਮੈਨੂੰ ਸੱਚ ਆਖਦਾ ਹੈ ਕਿ ਤੂੰ ਕਹਿ ਰਿਹਾ ਹੈ ਕਿ ਮੈਂ ਪਰਮੇਸ਼ਰ ਹਾਂ। ਜੇ ਤੂੰ ਮੈਨੂੰ ਪਰਮੇਸ਼ਰ ਨਹੀਂ ਕਹਿਣਾ ਚਾਹੁੰਦਾ ਤਾਂ ਮੈਨੂੰ ਸੱਚ ਨਾ ਆਖ। ਹਾਲਾਂਕਿ ਉਸਨੇ ਇਹ ਨਹੀਂ ਮੰਨਿਆ ਸੀ ਕਿ ਯਿਸੂ ਮਸੀਹ ਹੀ ਸਰੀਰ ਵਿੱਚ ਪਰਮੇਸ਼ਰ ਸੀ। ਉਹ ਸਹੀ ਆਦਮੀ ਕੋਲ ਆਇਆ ਸੀ, ਕਿਉਂਕਿ ਬਾਈਬਲ ਰਸੂਲਾਂ ਦੇ ਕੰਮ 4 ਅਧਿਆਏ 12 ਵਚਨ ਵਿੱਚ ਆਖਦੀ ਹੈ ਕਿ ਪ੍ਰਭੂ ਤੋਂ ਇਲਾਵਾ ਕਿਸੇ ਦੂਏ ਤੋਂ ਮੁਕਤੀ ਨਹੀਂ ਹੈ। ਸਿਰਫ ਇਹੋ ਹੀ ਇੱਕ ਰਾਸਤਾ ਹੈ। ਇਸ ਲਈ ਉਹ ਯਿਸੂ ਕੋਲ ਆਇਆ ਸੀ। ਪਤਾ ਨਹੀਂ ਉਹ ਜਾਣਦਾ ਸੀ ਕਿ ਯਿਸੂ ਪਰਮੇਸ਼ਰ ਸੀ ਜਾਂ ਨਹੀਂ। ਅਸੀਂ ਨਹੀਂ ਜਾਣਦੇ, ਪਰ ਯਿਸੂ ਹੁਣ ਉਸ ਨੂੰ ਬਹੁਤ ਸਾਰੇ ਸ਼ਬਦਾਂ ਵਿੱਚ ਦੱਸ ਰਿਹਾ ਹੈ, ਜੇ ਤੂੰ ਮੈਨੂੰ ਸੱਚ ਆਖ ਰਿਹਾ ਹੈ, ਤੂੰ ਮੈਨੂੰ ਪਰਮੇਸ਼ਰ ਆਖ ਰਿਹਾ ਹੈ। ਨੰਬਰ 3, ਹੁਕਮਾਂ ਬਾਰੇ ਅਮੀਰ ਜਵਾਨ ਹਾਕਮ ਦਾ ਵਿਸ਼ਵਾਸ। ਅਤੇ ਫਿਰ ਯਿਸੂ ਨੇ ਹੁਕਮਾਂ ਬਾਰੇ ਉਸ ਦੇ ਦਿਲ ਨੂੰ ਜਾਂਚਣਾ ਸ਼ੁਰੂ ਕੀਤਾ ਅਤੇ ਇਹ ਬਹੁਤ ਹੀ ਦਿਲਚਸਪ ਹੈ। 19 ਅਤੇ 20 ਐਤ ਵਿੱਚ ਉਹ ਆਖਦਾ ਹੈ, ਤੂੰ ਮੈਨੂੰ ਸੱਚ ਕਿਉਂ ਆਖਦਾ ਹੈ?
ਸਤ ਕੋਈ ਨਹੀਂ ਪਰ ਨਿਰਾ ਇੱਕੋ ਹੀ ਪਰਮੇਸ਼ਵਰ। ਤੂੰ ਹੁਕਮਾਂ ਨੂੰ ਜਾਣਦਾ ਹੈ, ਖੂਨ ਨਾ ਕਰ, ਜਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ ਪਿਓ ਦਾ ਆਦਰ ਕਰ। ਹੁਣ ਇਹ ਸਾਰੇ ਹੁਕਮ ਨਹੀਂ ਹਨ ਕਿ ਇਹ ਸਾਰੇ ਹੁਕਮ ਹਨ? ਕਿ 10 ਹੁਕਮਾਂ ਵਿੱਚੋਂ ਇਹ ਸਿਰਫ 6 ਸਨ? ਕਿ ਅਸੀਂ ਹਾਲੇ ਵੀ ਜਾਣਦੇ ਹਾਂ ਕਿ ਕਿੰਨੇ ਹੁਕਮ ਹਨ? ਅਸੀਂ ਉਹਨਾਂ ਨੂੰ ਉੱਪਰ ਨਹੀਂ ਲਾ ਸਕਦੇ ਜਿੱਥੇ ਕੋਈ ਵੀ ਉਹਨਾਂ ਨੂੰ ਵੇਖ ਸਕੇ, ਪਰ ਅਸੀਂ ਇਹ ਜਾਣਦੇ ਹਾਂ ਕਿ 10 ਹੁਕਮ ਹਨ। ਅਤੇ ਤੁਹਾਡੇ ਵਿੱਚੋਂ ਕਿੰਨੇ ਜਣੇ ਇਹ ਜਾਣਦੇ ਹਨ ਕਿ ਉਹ 10 ਸੁਝਾਅ ਨਹੀਂ ਹਨ? ਸਹੀ, ਉਹ 10 ਹੁਕਮ ਹਨ। ਠੀਕ ਹੈ, ਇਹ 10 ਹੁਕਮਾਂ ਵਿੱਚੋਂ ਆਖਰੀ 6 ਹਨ। 10 ਹੁਕਮਾਂ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹੁਕਮ ਦਾ ਸੰਬੰਧ ਪਰਮੇਸ਼ਰ ਨਾਲ ਇਨਸਾਨ ਦੇ ਰਿਸ਼ਤੇ ਬਾਰੇ ਹੈ। ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤਾ ਨਾ ਹੋਣ। ਪਰ ਆਖਰੀ ਹੁਕਮਾਂ ਦਾ ਸੰਬੰਧ ਸਾਡੇ ਇੱਕ ਦੂਜੇ ਨਾਲ ਰਿਸ਼ਤੇ ਬਾਰੇ ਹੈ। ਇਸ ਲਈ ਆਪਣੀ ਬਾਈਬਲ ਵਿੱਚ ਵੇਖੋ ਕਿ ਇਹ ਕਿਹੜੇ ਹਨ। ਜਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ ਪਿਓ ਦਾ ਆਦਰ ਕਰ। ਮੱਤੀ ਦੀ ਅੰਜੀਲ ਵਿੱਚ ਸਾਨੂੰ ਇਸ ਨੌਜਵਾਨ ਅਮੀਰ ਹਾਕਮ ਬਾਰੇ ਦੱਸਿਆ ਗਿਆ ਹੈ ਕਿ ਉਸ ਨੇ ਯਿਸੂ ਨੂੰ ਪੁੱਛਿਆ ਕਿ ਉਹ ਕਿਹੜੇ ਹੁਕਮਾਂ ਦੀ ਗੱਲ ਕਰ ਰਿਹਾ ਹੈ। ਇਸ ਲਈ ਯਿਸੂ ਨੇ ਉਸ ਨੂੰ ਆਖਰੀ 6 ਹੁਕਮ ਦੱਸੇ, ਜਿਨ੍ਹਾਂ ਦਾ ਸੰਬੰਧ ਸਾਰੇ ਇੱਕ ਦੂਜੇ ਦੇ ਰਿਸ਼ਤੇ ਨਾਲ ਹੈ। ਅਤੇ ਯਿਸੂ ਦਾ ਇਹ ਹੁਕਮ ਦੱਸਣ ਦਾ ਕਾਰਨ ਇਹ ਸੀ ਕਿ ਇਹ ਹੁਕਮਾਂ ਨਾਲ ਜਿਉਣਾ ਸੌਖਾ ਸੀ। ਤੁਸੀਂ ਉਹਨਾਂ ਹੁਕਮਾਂ ਨਾਲ ਕਿਵੇਂ ਜੀਵਨ ਗੁਜ਼ਾਰ ਸਕਦੇ ਹੋ ਜਿਨ੍ਹਾਂ ਦਾ ਸੰਬੰਧ ਪਰਮੇਸ਼ਰ ਨਾਲ ਹੈ। ਪਰ ਇਹ ਆਦਮੀ ਸੱਚਮੁੱਚ ਕਹਿ ਸਕਦਾ ਸੀ, ਮੈਂ ਕੋਈ ਜਿਨਾਹ ਨਹੀਂ ਕੀਤਾ, ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਆਪਣੇ ਮਾਂ ਪਿਓ ਦਾ ਆਦਰ ਕਰਦਾ ਹਾਂ। ਇਸ ਲਈ ਯਿਸੂ ਨੇ ਉਸ ਨੂੰ ਇਹ ਹੁਕਮ ਦਿੱਤੇ ਤਾਂ ਕਿ ਉਹ ਇਹਨਾਂ ਨੂੰ ਇਸਤੇਮਾਲ ਕਰਕੇ ਇਸ ਆਦਮੀ ਨੂੰ ਮਾਪ ਸਕੇ। ਅਤੇ ਬੇਸ਼ੱਕ ਆਦਮੀ ਘਮੰਡ ਨਾਲ ਭਰਿਆ ਹੋਇਆ ਸੀ, ਉਸ ਅੰਦਰ ਦਿਖਾਵੇ ਦੀ ਇੱਛਾਈ ਅਤੇ ਆਪਣੇ ਬਾਰੇ ਬਾਹਰੀ ਭਾਲਮਾਨਸੀ ਸੀ। ਉਹ ਇੰਜ ਮਹਿਸੂਸ ਕਰਦਾ ਸੀ ਕਿ ਉਹ ਬਹੁਤ ਚੰਗਾ ਸੀ। ਸਮੱਸਿਆ ਇਹ ਸੀ ਕਿ ਉਹ ਪਹਿਲਾਂ ਤੋਂ ਹੀ ਇਹਨਾਂ ਕੁਝ ਹੁਕਮਾਂ ਨੂੰ ਤੋੜ ਚੁੱਕਾ ਸੀ। ਜਦੋਂ ਬਾਈਬਲ ਆਖਦੀ ਹੈ, ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤਾ ਨਾ ਹੋਣ, ਉਸ ਦੇ ਕੋਲ ਪਹਿਲਾਂ ਹੀ ਇੱਕ ਪਰਮੇਸ਼ਰ ਸੀ। ਉਸ ਦਾ ਪਰਮੇਸ਼ਰ ਸੋਨਾ ਸੀ। ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਗੋਲਡ ਅਤੇ ਗੋਡ ਵਿਚਕਾਰ ਸਿਰਫ ਇੱਕ ਅੱਖਰ ਦਾ ਫਰਕ ਹੈ? ਪਰ ਇਹ ਇੱਕ ਬਹੁਤ ਵੱਡਾ ਅੱਖਰ ਹੈ। ਉਹ ਛੋਟਾ ਜਿਹਾ ਐਲ ਕਿਸੇ ਦੇ ਦਿਲ ਵਿੱਚ ਸੱਚਮੁੱਚ ਵੱਡਾ ਫਰਕ ਪੈਦਾ ਕਰਦਾ ਹੈ। ਜੇ ਤੁਸੀਂ ਸਿਆਸਨ ਤੇ ਸੋਨਾ ਰੱਖ ਦਿਓ, ਜਿਵੇਂ ਅੱਜ ਅਸੀਂ ਨਾਟਕ ਵਿੱਚ ਵੇਖਿਆ ਹੈ, ਅਤੇ ਜਿਵੇਂ ਇਹ ਆਦਮੀ ਕਰ ਰਿਹਾ ਸੀ, ਇਹ ਵੱਡਾ ਫਰਕ ਪੈਦਾ ਕਰੇਗਾ। ਉਸਨੇ ਸੋਨੇ ਨੂੰ ਆਪਣਾ ਪਰਮੇਸ਼ਰ ਬਣਾ ਲਿਆ ਸੀ। ਪ੍ਰਭੂ ਯਿਸੂ ਦਾ ਉਸ ਨੂੰ ਹੁਕਮਾਂ ਬਾਰੇ ਪੁੱਛਣ ਦਾ ਇਹੀ ਕਾਰਨ ਸੀ ਕਿ ਯਿਸੂ ਉਸ ਨੂੰ ਉਸ ਦੇ ਪਾਪ ਦੀ ਮਾਫੀ ਪਾਉਣ ਦੀ ਅਸਲ ਜ਼ਰੂਰਤ ਨੂੰ ਵਿਖਾਉਣਾ ਚਾਹੁੰਦਾ ਸੀ, ਨਾ ਕਿ ਉਸ ਦੇ ਅਹੁਦੇ ਵਿੱਚ ਕੋਈ ਨਵੀਂ ਪਦਵੀ ਜੋੜਨਾ ਚਾਹੁੰਦਾ ਸੀ। ਉਸ ਨੂੰ ਮਾਫੀ ਦੀ ਜ਼ਰੂਰਤ ਸੀ। ਤੁਸੀਂ ਵੇਖੋ, ਹੁਕਮ ਸਾਨੂੰ ਇਸ ਲਈ ਨਹੀਂ ਦਿੱਤੇ ਗਏ ਕਿ ਅਸੀਂ ਉਹਨਾਂ ਰਾਹੀਂ ਮਸੀਹੀ ਬਣ ਸਕੀਏ। ਅਸੀਂ ਹੁਕਮਾਂ ਦੀ ਪਾਲਣਾ ਕਰਕੇ ਮਸੀਹੀ ਨਹੀਂ ਬਣ ਸਕਦੇ। ਕਿਸੇ ਨੇ ਕਿਹਾ ਹੈ ਕਿ ਹੁਕਮ ਇੱਕ ਸ਼ੀਸ਼ਾ ਹਨ ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਵੇਖਦੇ ਹੋ, ਪਰ ਸ਼ੀਸ਼ਾ ਵੇਖਣ ਤੋਂ ਬਾਅਦ ਤੁਸੀਂ ਸ਼ੁੱਧ ਨਹੀਂ ਹੋ ਜਾਂਦੇ। ਹੁਕਮ ਤੁਹਾਨੂੰ ਪਰਮੇਸ਼ਰ ਕੋਲ ਲੈ ਕੇ ਆਉਂਦੇ ਹਨ। ਹੁਕਮ ਤੁਹਾਨੂੰ ਤੁਹਾਡੇ ਪਾਪ ਦਿਖਾਉਂਦੇ ਹਨ। ਯਿਸੂ ਨੇ ਇੱਕ ਕਿਸਮ ਨਾਲ ਉਸ ਦੇ ਗਲੇ ਦੀ ਨਾੜ ਤੋਂ ਫੜ ਲਿਆ ਜਦੋਂ ਉਸ ਨੇ ਹੁਕਮ ਦੱਸੇ ਅਤੇ ਉਸ ਨੂੰ ਕਿਹਾ, ਤੂੰ ਕਹਿੰਦਾ ਹੈ ਮੈਂ ਆਪਣੇ ਬਾਲਕਪੁਣੇ ਤੋਂ ਇਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਉਸ ਨੇ ਉਸ ਨੂੰ ਪਰਮੇਸ਼ਰ ਦੇ ਪਵਿੱਤਰ ਸਤਰ ਦੇ ਆਮਣੋ ਸਾਹਮਣੇ ਲਿਆਂਦਾ। ਰੋਮੀਓ ਦੀ ਪੱਤਰੀ ਸਾਨੂੰ ਉਹ ਸਾਰੇ ਕਾਰਨ ਦੱਸਦੀ ਹੈ ਜਿਸ ਲਈ ਬਾਈਬਲ ਵਿੱਚ ਹੁਕਮ ਦਿੱਤੇ ਗਏ ਹਨ। ਇਸ ਲਈ ਸ਼ਰ੍ਹਾ ਦੇ ਕੰਮਾਂ ਨਾਲ ਕੋਈ ਸਰੀਰ ਉਸ ਦੀਆਂ ਨਜ਼ਰਾਂ ਵਿੱਚ ਧਰਮੀ ਨਹੀਂ ਠਹਿਰਦਾ, ਕਿਉਂਕਿ ਸ਼ਰ੍ਹਾ ਪਾਪ ਦਾ ਗਿਆਨ ਹੈ। ਜਦੋਂ ਤੁਸੀਂ ਹੁਕਮਾਂ ਦੇ ਖਿਲਾਫ ਟਕਰਾਉਂਦੇ ਹੋ, ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦੇ ਹੋ ਅਤੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਪਰਮੇਸ਼ਰ ਦੀ ਕਿੰਨੀ ਜ਼ਿਆਦਾ ਲੋੜ ਹੈ। ਗਲਾਤੀਆਂ ਦੀ ਪੱਤਰੀ ਸਾਨੂੰ ਦੱਸਦੀ ਹੈ ਕਿ ਇਹ ਇੱਕ ਸਕੂਲ ਅਧਿਆਪਕ ਵਾਂਗ ਹੈ
ਜਿਹੜਾ ਸਾਨੂੰ ਪਰਮੇਸ਼ਰ ਕੋਲ ਲੈ ਕੇ ਆਉਂਦਾ ਹੈ। ਇੱਥੇ ਇੱਕ ਅਮੀਰ ਨੌਜਵਾਨ ਹਾਕਮ ਵਰਗਾ ਬੰਦਾ, ਜਿਹੜਾ ਆਪਣੀ ਜ਼ਿੰਦਗੀ ਆਪਣੇ ਤਰੀਕੇ ਜੀ ਰਿਹਾ ਹੈ। ਸਭ ਕੁਝ ਉਸ ਲਈ ਠੀਕ-ਠਾਕ ਹੋ ਰਿਹਾ ਹੈ ਅਤੇ ਉਹ ਸੋਚਦਾ ਹੈ ਕਿ ਉਹ ਬਹੁਤ ਚੰਗਾ ਹੈ। ਪਰ ਇੱਕ ਵਾਰ ਜਦੋਂ ਉਸ ਨੂੰ ਪਰਮੇਸ਼ਰ ਦੇ ਸੱਤਰ ਦਾ ਪਤਾ ਲੱਗ ਜਾਵੇਗਾ, ਉਸ ਨੂੰ ਅਹਿਸਾਸ ਹੋ ਜਾਵੇਗਾ ਕਿ ਭਾਵੇਂ ਉਹ ਕਿੰਨਾ ਵੀ ਚੰਗਾ ਹੈ, ਇਹ ਕਾਫੀ ਨਹੀਂ ਹੈ ਅਤੇ ਪਰਮੇਸ਼ਰ ਸੰਪੂਰਨ 70 ਤੇ ਅੰਕ ਦਿੰਦਾ ਹੈ। ਜੇ ਤੁਸੀਂ 100% ਅੰਕ ਨਹੀਂ ਲੈਂਦੇ, ਤੁਸੀਂ ਫੇਲ ਹੋ ਜਾਂਦੇ ਹੋ। ਪਵਿੱਤਰ ਵਚਨ ਕਹਿੰਦਾ ਹੈ ਕਿ ਜਿਹੜਾ ਇੱਕ ਹੁਕਮ ਨੂੰ ਤੋੜਦਾ ਹੈ, ਉਹ ਸਾਰੇ ਹੁਕਮਾਂ ਨੂੰ ਤੋੜਨ ਦਾ ਦੋਸ਼ੀ ਹੈ। ਇਸ ਲਈ ਯਿਸੂ ਉਸ ਆਦਮੀ ਨੂੰ ਪਵਿੱਤਰ ਵਚਨ ਵਿੱਚ ਲੈ ਗਿਆ ਅਤੇ ਕਿਹਾ, ਹੁਣ ਆਪਣੇ ਆਪ ਨੂੰ ਹੁਕਮਾਂ ਦੇ ਸ਼ੀਸ਼ੇ ਵਿੱਚ ਵੇਖ। ਕਿਸੇ ਨੇ ਕਿਹਾ ਹੈ ਕਿ ਸਾਨੂੰ ਸਾਡੀ ਮਨੁੱਖੀ ਇਛਾਈ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ। ਇਹ ਖਤਰਨਾਕ ਹੈ ਕਿਉਂਕਿ ਇਹ ਅਕਸਰ ਬਹੁਤ ਹੀ ਧੋਖੇਬਾਜ਼ ਹੋ ਸਕਦੀ ਹੈ। ਮੇਰੀ ਲਾਇਬ੍ਰੇਰੀ ਵਿੱਚ ਇੱਕ ਕਿਤਾਬ ਹੈ ਜਿਸ ਦਾ ਸਿਰਲੇਖ ਬਹੁਤ ਹੀ ਅਜੀਬ ਹੈ। ਇਸ ਦਾ ਸਿਰਲੇਖ ਹੈ ਕਲੀਸਿਆ ਦੁਆਰਾ ਸਰਪਿਆ। ਇਹ ਉਸ ਵਿਸ਼ੇ ਬਾਰੇ ਹੈ ਕਿ ਜਦੋਂ ਤੁਸੀਂ ਕਲੀਸਿਆ ਦੇ ਸੁੱਖ ਵਿੱਚ ਆ ਜਾਂਦੇ ਹੋ, ਜਿੱਥੇ ਤੁਸੀਂ ਚੰਗੇ ਲੋਕਾਂ ਦੇ ਆਲੇ ਦੁਆਲੇ ਹੁੰਦੇ ਹੋ ਅਤੇ ਤੁਸੀਂ ਚੰਗੇ ਕੰਮ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ ਕਿ ਤੁਹਾਡੀ ਅਛਾਈ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਣ ਲਈ ਕਾਫੀ ਹੈ ਅਤੇ ਅਛਾਈ ਤੁਹਾਡੇ ਲਈ ਸਵਰਗ ਵਿੱਚ ਰਾਹ ਨਹੀਂ ਖਰੀਦਦੀ। ਅਛਾਈ ਤੁਹਾਨੂੰ ਸਵਰਗ ਤੋਂ ਬਾਹਰ ਰੱਖਦੀ ਹੈ ਕਿਉਂਕਿ ਸਿਰਫ ਇੱਕੋ ਹੀ ਅਛਾਈ ਤੁਹਾਨੂੰ ਸਵਰਗ ਵਿੱਚ ਲੈ ਕੇ ਜਾ ਸਕਦੀ ਹੈ ਅਤੇ ਉਹ ਹੈ ਪਰਮੇਸ਼ਰ ਦੀ ਅਛਾਈ, ਜੋ ਤੁਹਾਨੂੰ ਯਿਸੂ ਮਸੀਹ ਅਤੇ ਸਲੀਬ ਤੇ ਉਸ ਦੇ ਬਹਾਏ ਹੋਏ ਲਹੂ ਦੇ ਦੁਆਰਾ ਦਿੱਤੀ ਗਈ ਹੈ। ਨੰਬਰ 4, ਅਮੀਰ ਜਵਾਨ ਹਾਕਮ ਦਾ ਉਸ ਦੀ ਦਿਲ ਦੀ ਹਾਲਤ ਬਾਰੇ ਵਿਸ਼ਵਾਸ। ਇਸ ਲਈ ਯਿਸੂ ਇਸ ਆਦਮੀ ਦੇ ਦਿਲ ਨੂੰ ਜਾਂਚਦਾ ਹੈ ਅਤੇ ਮਸੀਹ ਦੇ ਬਾਰੇ ਉਸ ਨੂੰ ਖੋਜਦਾ ਹੈ। ਫਿਰ ਉਹ ਉਸ ਨੂੰ ਹੁਕਮਾਂ ਦੇ ਵਿਸ਼ੇ ਜਾਂਚਦਾ ਹੈ ਅਤੇ ਫਿਰ ਉਹ ਇਸ ਆਦਮੀ ਦੀ ਦਿਲ ਦੀ ਹਾਲਤ ਨੂੰ ਜਾਂਚਣ ਵੱਲ ਆਉਂਦਾ ਹੈ। ਇਹ ਐਤ ਅਦਭੁਤ ਹੈ। ਇਹ ਆਖਦੀ ਹੈ, ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ। ਭਾਗ ਊੜਾ, ਯਿਸੂ ਦਾ ਤਰਸ। ਪਹਿਲੀ ਗੱਲ ਜਿਸ ਤੇ ਮੈਂ ਧਿਆਨ ਦਿੱਤਾ ਹੈ ਉਹ ਹੈ ਯਿਸੂ ਦਾ ਤਰਸ। ਜਦੋਂ ਤੁਸੀਂ ਉਤਸ਼ਾਹਿਤ ਹੁੰਦੇ ਹੋ ਅਤੇ ਸੋਚਦੇ ਹੋ ਸਭ ਕੁਝ ਤੁਹਾਡੇ ਹੱਕ ਵਿੱਚ ਹੈ, ਤੁਹਾਡੇ ਕੋਲ ਅਹੁਦਾ ਹੁੰਦਾ ਹੈ ਅਤੇ ਬੈਂਕ ਵਿੱਚ ਬਹੁਤ ਸਾਰੇ ਪੈਸੇ ਹੁੰਦੇ ਹਨ, ਪਰ ਅੰਦਰ ਖਾਲੀਪਨ ਹੁੰਦਾ ਹੈ। ਸ਼ਾਇਦ ਸੱਚਮੁੱਚ ਕੋਈ ਵੀ ਉਸ ਖਾਲੀਪਨ ਨੂੰ ਨਹੀਂ ਜਾਣਦਾ ਹੈ, ਪਰ ਮੈਂ ਤੁਹਾਨੂੰ ਉਸ ਬਾਰੇ ਦੱਸਦਾ ਹਾਂ ਜਿਹੜਾ ਜਾਣਦਾ ਹੈ। ਪ੍ਰਭੂ ਪਰਮੇਸ਼ਰ ਜਾਣਦਾ ਹੈ ਅਤੇ ਉਹ ਤੁਹਾਡੀ ਫਿਕਰ ਕਰਦਾ ਹੈ। ਉਹ ਤੁਹਾਡੇ ਦਿਲ ਦੇ ਅੰਦਰ ਵੇਖਦਾ ਹੈ ਅਤੇ ਉਹ ਤੁਹਾਡੇ ਦਿਲ ਦੇ ਖਾਲੀਪਨ ਨੂੰ ਤੱਕਦਾ ਹੈ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇੱਥੇ ਇਹੋ ਕਿਹਾ ਗਿਆ ਹੈ, ਯਥਾਰਥ ਰੂਪ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਇਸ ਆਦਮੀ ਦੇ ਦਿਲ ਵਿੱਚ ਝਾਕਿਆ ਅਤੇ ਉਸ ਨੇ ਉਸ ਦੇ ਖਾਲੀਪਨ ਨੂੰ ਵੇਖਿਆ ਅਤੇ ਉਸ ਨੂੰ ਪਿਆਰ ਕੀਤਾ। ਪਰਮੇਸ਼ਰ ਸਾਨੂੰ ਇੱਧਰ-ਉੱਧਰ ਦੌੜਦਿਆਂ, ਪਰਮੇਸ਼ਰ ਬਾਰੇ ਗੱਲਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਦਿਆਂ ਵੇਖਦਾ ਹੈ ਅਤੇ ਇਸ ਸਭ ਵਿੱਚ ਉਹ ਸਾਨੂੰ ਫਿਰ ਵੀ ਪਿਆਰ ਕਰਦਾ ਹੈ। ਉਹ ਸਾਡੇ ਤੇ ਤਰਸ ਕਰਦਾ ਹੈ। ਭਾਗ ਐੜਾ, ਯਿਸੂ ਦੀ ਆਲੋਚਨਾ। ਅਤੇ ਫਿਰ ਪ੍ਰਭੂ ਨੇ ਉਸ ਦੀ ਆਲੋਚਨਾ ਕੀਤੀ। ਉਸ ਨੇ ਕਿਹਾ, ਮੈਂ ਤੈਨੂੰ ਦੱਸਦਾ ਹਾਂ ਸਮੱਸਿਆ ਕਿੱਥੇ ਹੈ। ਉਸ ਨੇ ਕਿਹਾ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਤੇਰੇ ਵਿੱਚ ਇੱਕ ਗੱਲ ਦੀ ਕਮੀ ਹੈ। ਘਾਟਾ ਸ਼ਬਦ ਉਹੀ ਹੈ ਜਿਸ ਦਾ ਰੋਮੀਓ 3:23 ਵਿੱਚ ਇਸ ਤਰ੍ਹਾਂ ਅਨੁਵਾਦ ਕੀਤਾ ਹੈ, ਕਿਉਂਕਿ ਸਭਨਾਂ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਹਨ। ਉਹ ਕਹਿ ਰਿਹਾ ਹੈ, ਸ਼੍ਰੀਮਾਨ ਜੀ, ਤੁਹਾਡੇ ਕੋਲ ਇਹ ਸਭ ਚੀਜ਼ਾਂ ਹਨ ਪਰ ਫਿਰ ਵੀ ਘਾਟਾ ਹੈ। ਤੂੰ ਮਿੰਤੀ ਵਿੱਚ ਘੱਟ ਹੈ ਅਤੇ ਜਿਹੜੀ ਚੀਜ਼ ਦਾ ਘਾਟਾ ਹੈ ਉਹ ਤੈਨੂੰ ਸੰਦੀਪਕ ਜੀਵਨ ਤੋਂ ਦੂਰ ਰੱਖ ਰਹੀ ਹੈ। ਭਾਗ ਈੜੀ, ਯਿਸੂ ਦਾ ਹੁਕਮ। ਅਤੇ ਫਿਰ ਯਿਸੂ ਨੇ ਆਦਮੀ ਨੂੰ ਹੁਕਮ ਦਿੱਤਾ। ਸਭ ਤੋਂ ਪਹਿਲਾਂ ਅਸੀਂ ਉਸ ਦੇ ਤਰਸ ਨੂੰ ਵੇਖਦੇ ਹਾਂ ਅਤੇ ਫਿਰ ਉਸ ਦੀ ਆਲੋਚਨਾ ਅਤੇ ਫਿਰ ਯਿਸੂ ਨੇ ਉਸ ਨੂੰ ਇੱਕ ਹੁਕਮ ਦਿੱਤਾ। ਇਹ ਹੁਕਮ ਬਹੁਤ ਸਾਰੇ ਲੋਕਾਂ ਲਈ ਠੋਕਰ ਦਾ ਕਾਰਨ ਬਣਿਆ, ਕਿਉਂਕਿ ਉਹ ਜਾਪਦਾ ਹੈ ਜਿਵੇਂ ਯਿਸੂ ਕਹਿ ਰਿਹਾ ਹੈ
ਕਿ ਤੇਰੇ ਲਈ ਸਵਰਗ ਵਿੱਚ ਜਾਣ ਦਾ ਇੱਕੋ ਹੀ ਰਾਸਤਾ ਹੈ, ਅਤੇ ਉਹ ਇਹ ਹੈ ਕਿ ਜੋ ਕੁਝ ਵੀ ਤੇਰੇ ਕੋਲ ਹੈ ਇਸ ਨੂੰ ਵੇਚ ਅਤੇ ਇਸ ਤੋਂ ਜੋ ਕੁਝ ਵੀ ਤੂੰ ਵੱਟਦਾ ਹੈ ਉਹ ਸਭ ਗਰੀਬਾਂ ਨੂੰ ਦੇ, ਅਤੇ ਫਿਰ ਤੂੰ ਸਵਰਗ ਵਿੱਚ ਜਾ ਸਕਦਾ ਹੈ। ਜੇ ਇਹ ਗੱਲ ਸੱਚ ਹੈ ਤਾਂ ਸਵਰਗ ਵਿੱਚ ਕੰਮਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ, ਅਤੇ ਇਹ ਸੱਚ ਨਹੀਂ ਹੋ ਸਕਦਾ। ਅਸੀਂ ਜਾਣਦੇ ਹਾਂ ਇਹ ਸੱਚ ਨਹੀਂ ਹੈ, ਅਤੇ ਇਹ ਵੀ ਕਿ ਉਹ ਹਰ ਇੱਕ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰੇਗਾ ਜਿਸ ਤਰ੍ਹਾਂ ਦਾ ਵਿਵਹਾਰ ਉਸ ਨੇ ਇਸ ਆਦਮੀ ਨਾਲ ਕੀਤਾ। ਉਹ ਇਸ ਆਦਮੀ ਦੀ ਜ਼ਿੰਦਗੀ ਵਿੱਚ ਸਮੱਸਿਆ ਦੇ ਆਧਾਰ ਤੇ ਉਸ ਨਾਲ ਵਿਵਹਾਰ ਕਰ ਰਿਹਾ ਸੀ। ਉਹ ਜਾਣਦਾ ਸੀ ਕਿ ਇਸ ਆਦਮੀ ਦੀ ਜ਼ਿੰਦਗੀ ਉਸ ਸਮਰਪਣ ਨੇ ਕਬਜ਼ਾ ਕੀਤਾ ਹੋਇਆ ਹੈ ਜੋ ਉਸ ਦਾ ਧਨ ਪ੍ਰਤੀ ਅਤੇ ਉਸ ਸੋਨੇ ਦੇ ਪ੍ਰਤੀ ਸੀ, ਅਤੇ ਇਸ ਲਈ ਯਿਸੂ ਸਿੱਧਾ ਉਸ ਆਦਮੀ ਦੇ ਦਿਲ ਵਿੱਚ ਜਾਂਦਾ ਹੈ ਅਤੇ ਉਹ ਕਹਿੰਦਾ ਹੈ, ਆਹ ਵੇਖੀਏ ਕਿ ਤੂੰ ਸਰਬ ਸ਼ਕਤੀਮਾਨ ਵਿੱਚ ਵਿਸ਼ਵਾਸ ਕਰਨ ਲਈ ਸੱਚਮੁੱਚ ਕਿੰਨਾ ਕੁ ਗੰਭੀਰ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਇਹ ਕਰ, ਜੋ ਕੁਝ ਤੇਰੇ ਕੋਲ ਹੈ ਲੈ ਅਤੇ ਇਸ ਨੂੰ ਵੇਚ ਅਤੇ ਕੰਗਾਲਾਂ ਨੂੰ ਦੇ। ਇੱਕ ਮਿੰਟ ਰੁਕੋ। ਬਾਈਬਲ ਕਹਿੰਦੀ ਹੈ ਕਿ ਤੁਸੀਂ ਧਨ ਅਤੇ ਪਰਮੇਸ਼ਰ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਰ ਸਕਦੇ। ਤੁਹਾਡੇ ਵਿੱਚੋਂ ਕਿੰਨੇ ਜਾਣਦੇ ਹਨ ਕਿ ਪੈਸੇ ਨੂੰ ਗੁਲਾਮ ਬਣਾਉਣਾ ਇੱਕ ਚੰਗੀ ਗੱਲ ਹੈ, ਪਰ ਪੈਸੇ ਨੂੰ ਸਵਾਮੀ ਬਣਾਉਣਾ ਇੱਕ ਬੁਰੀ ਗੱਲ ਹੈ। ਪੈਸਾ ਸਾਡੀ ਸੇਵਾ ਕਰਦਾ ਹੈ, ਇਹ ਸਾਨੂੰ ਸਰਬ ਸ਼ਕਤੀਮਾਨ ਦੀ ਸੇਵਾ ਕਰਨ ਵਿੱਚ ਮਦਦ ਕਰਦਾ ਹੈ। ਪਰ ਜਦੋਂ ਪੈਸਾ ਤੁਹਾਡਾ ਸਵਾਮੀ ਬਣ ਜਾਂਦਾ ਹੈ ਅਤੇ ਤੁਸੀਂ ਪੈਸੇ ਦੇ ਗੁਲਾਮ, ਤਾਂ ਫਿਰ ਤੁਸੀਂ ਬਹੁਤ ਹੀ ਮੁਸ਼ਕਲ ਸਥਿਤੀ ਵਿੱਚ ਪੈ ਜਾਂਦੇ ਹੋ। ਇਸ ਆਦਮੀ ਨੇ ਆਪਣੇ ਪੈਸੇ ਨੂੰ ਉਸ ਜ਼ਿੰਦਗੀ ਤੇ ਕਬਜ਼ਾ ਕਰਨ ਲਈ ਦੇ ਦਿੱਤਾ। ਇਸ ਲਈ ਪ੍ਰਭੂ ਯਿਸੂ ਨੇ ਕਿਹਾ, ਤੇਰੇ ਨਾਲ ਦੋ ਸਮੱਸਿਆ ਹਨ, ਤੂੰ ਅਮੀਰ ਹੈ ਅਤੇ ਤੂੰ ਇੱਕ ਹਾਕਮ ਹੈ। ਤੇਰੀ ਅਮੀਰੀ ਦੀ ਸਮੱਸਿਆ ਤਾਂ ਹੱਲ ਹੋ ਜਾਵੇਗੀ ਜਦੋਂ ਤੂੰ ਜਾ ਕੇ ਆਪਣਾ ਸਾਰਾ ਕੁਝ ਵੇਚ ਕੇ ਕੰਗਾਲਾਂ ਨੂੰ ਦੇ ਦੇਵੇਂਗਾ, ਅਤੇ ਤੇਰੇ ਹਾਕਮ ਹੋਣ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਜਦੋਂ ਤੂੰ ਆਪਣੀ ਸਲੀਬ ਚੁੱਕ ਕੇ ਆਵੇਂਗਾ ਤੇ ਮੇਰੇ ਪਿੱਛੇ ਹੋ ਤੁਰੇਂਗਾ। ਕੀ ਇਹ ਦਿਲਚਸਪ ਨਹੀਂ ਹੈ? ਉਸਨੇ ਕਿਹਾ, ਤੂੰ ਉਹਨਾਂ ਲੋਕਾਂ ਕਰਕੇ ਘਮੰਡ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਤੂੰ ਹੁਕਮ ਦਿੰਦਾ ਹੈ। ਮੈਂ ਤੈਨੂੰ ਹੁਕਮ ਦੇਣ ਜਾ ਰਿਹਾ ਹਾਂ, ਤੂੰ ਆਪਣਾ ਸਭ ਕੁਝ ਵੇਚ, ਆਪਣੀ ਸਲੀਬ ਚੁੱਕ ਅਤੇ ਮੇਰੇ ਪਿੱਛੇ ਹੋ ਤੁਰ। ਕੀ ਯਿਸੂ ਉਸ ਨੂੰ ਇਹ ਕਹਿ ਰਿਹਾ ਹੈ ਕਿ ਇਸ ਤਰੀਕੇ ਹੀ ਉਹ ਸਵਰਗ ਵਿੱਚ ਜਾ ਸਕਦਾ ਹੈ? ਨਹੀਂ, ਉਹ ਕਹਿ ਰਿਹਾ ਸੀ, ਇਹ ਹੈ ਉਹ ਗੱਲ ਜੋ ਤੁਹਾਡੇ ਸਾਹਮਣੇ ਪ੍ਰਗਟ ਹੋਣ ਜਾ ਰਹੀ ਸੀ। ਜਿਉਂ ਹੀ ਉਸਨੇ ਵੇਖਿਆ ਕਿ ਯਿਸੂ ਉਸ ਨੂੰ ਇਹ ਕਰਨ ਲਈ ਕਹਿ ਰਿਹਾ ਸੀ, ਉਸ ਨੂੰ ਜ਼ਿੰਦਗੀ ਦੀ ਸਪਸ਼ਟ ਤਸਵੀਰ ਮਿਲ ਗਈ ਜੋ ਉਸ ਨੂੰ ਹਾਲੇ ਤੱਕ ਨਹੀਂ ਮਿਲੀ ਸੀ। ਉਸ ਨੇ ਸਿਰਫ ਉਹ ਚੀਜ਼ ਵੇਖੀ ਸੀ ਜੋ ਉਸ ਨੂੰ ਹਰ ਦਿਨ ਚਲਾਉਂਦੀ ਸੀ। ਇੱਥੇ ਹੁਣ ਉਸ ਸਾਹਮਣੇ ਸੰਦੀਪਕ ਜੀਵਨ ਖੜਾ ਸੀ, ਅਤੇ ਪਵਿੱਤਰ ਵਚਨ ਆਖਦਾ ਹੈ, ਅਤੇ ਇਹ ਦੁੱਖ ਦੇ ਸ਼ਬਦ ਹਨ, ਉਹ ਚਲਾ ਗਿਆ, ਉਹ ਚਲਾ ਗਿਆ। ਬਾਈਬਲ ਦੱਸਦੀ ਹੈ ਕਿਉਂਕਿ ਉਹ ਵੱਡਾ ਮਾਲਦਾਰ ਸੀ, ਉਹ ਉਸ ਕੋਲੋਂ ਚਲਾ ਗਿਆ ਜਿਹੜਾ ਉਸ ਨੂੰ ਇਸ ਗੱਲ ਦੀ ਗਰੰਟੀ ਦੇ ਸਕਦਾ ਸੀ ਉਹ ਸਵਰਗ ਵਿੱਚ ਸੰਦੀਪਕ ਜੀਵਨ ਗੁਜ਼ਾਰੇਗਾ। ਬਾਈਬਲ ਦੱਸਦੀ ਹੈ ਕਿ ਉਹ ਉਦਾਸ ਸੀ। ਇਸ ਕਹਾਣੀ ਦਾ ਨਿਚੋੜ ਦੁਖੀ ਕਰਨ ਵਾਲਾ ਹੈ। ਉਦਾਸ ਸ਼ਬਦ ਇੱਕ ਉਹ ਸ਼ਬਦ ਹੈ ਜਿਸ ਦਾ ਅਸਲ ਭਾਸ਼ਾ ਵਿੱਚ ਅਰਥ ਹੈ ਬੱਦਲ ਛਾਏ ਹੋਏ ਆਕਾਸ਼ ਵਾਂਗ। ਬੱਦਲ ਛਾ ਗਿਆ, ਅਤੇ ਮੈਂ ਇਸ ਨੂੰ ਇਸ ਤਰ੍ਹਾਂ ਪੜ੍ਹਦਾ ਹਾਂ, ਜਦੋਂ ਪ੍ਰਭੂ ਯਿਸੂ ਨੇ ਕਿਹਾ, ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਉਸ ਆਦਮੀ ਤੇ ਬੱਦਲ ਛਾ ਗਏ। ਤੁਸੀਂ ਵੇਖ ਸਕਦੇ ਹੋ ਉਸ ਦੇ ਚਿਹਰੇ ਤੇ ਉਦਾਸੀ ਛਾ ਗਈ। ਜੇ ਇਸ ਲਈ ਇਸ ਦੀ ਲੋੜ ਹੈ ਤਾਂ ਮੈਂ ਇਸ ਨਾਲ ਨਜਿੱਠ ਸਕਦਾ ਹਾਂ, ਅਤੇ ਜਿੱਥੇ ਤੱਕ ਮੈਂ ਜਾਣਦਾ ਹਾਂ, ਅਤੇ ਸ਼ਾਇਦ ਮੈਂ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਹੋਵੇ, ਪਰ ਜਿੱਥੋਂ ਤੱਕ ਮੈਂ ਜਾਣਦਾ ਹਾਂ, ਬਾਈਬਲ ਵਿੱਚ ਸਿਰਫ ਇਹੋ ਹੀ ਇੱਕ ਬੰਦਾ ਹੈ ਜਿਹੜਾ ਉਸੇ ਬੁਰੀ ਦਿਸ਼ਾ ਵਿੱਚ ਯਿਸੂ ਨੂੰ ਛੱਡ ਕੇ ਚਲਾ ਗਿਆ ਜਿਸ ਵਿੱਚ ਉਹ ਆਇਆ ਸੀ। ਉਹ ਯਿਸੂ ਕੋਲ ਉਮੀਦ ਨਾਲ ਆਇਆ ਸੀ, ਇੱਕ ਆਸ ਨਾਲ, ਅਤੇ ਬਾਈਬਲ ਆਖਦੀ ਹੈ ਉਹ ਆਪਣਾ ਸਿਰ ਨਿਵਾਹ ਕਰਕੇ ਉਦਾਸੀ ਨਾਲ ਭਰਿਆ ਹੋਇਆ ਆਪਣੇ ਰਾਸਤੇ ਚਲਾ ਗਿਆ। ਉਹ ਉਦਾਸੀ ਨਾਲ ਭਰਿਆ ਹੋਇਆ ਸੀ, ਪਰ ਇਹ ਕਾਫੀ ਨਹੀਂ ਸੀ। ਉਹ ਪਛਤਾਪ ਨਾਲ ਭਰਿਆ ਹੋਇਆ ਸੀ, ਪਰ ਪਛਤਾਪ ਨਹੀਂ ਸੀ ਕਰ ਰਿਹਾ। ਅਤੇ ਫਿਰ ਬਾਈਬਲ ਇਸ ਤੋਂ ਅੱਗੇ ਉਸ ਬਾਰੇ ਹੋਰ ਕੁਝ ਨਹੀਂ ਆਖਦੀ। ਅਸੀਂ ਉਸ ਬਾਰੇ ਇੰਨਾ ਹੀ ਜਾਣਦੇ ਹਾਂ,
ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਉਸ ਨੇ ਇਹ ਸਭ ਕਰਨਾ ਮੁਨਾਸਿਬ ਨਹੀਂ ਸਮਝਿਆ। ਮੈਂ ਆਪਣੇ ਦਿਲ ਵਿੱਚ ਇਹ ਆਸ਼ਾ ਕਰਦਾ ਹਾਂ ਕਿ ਉਹ ਘਰ ਜਾਂਦਾ ਅਤੇ ਇਸ ਬਾਰੇ ਸੋਚਦਾ, ਇਹ ਸਭ ਕੁਝ ਇੱਕ ਕਾਗਜ਼ ਤੇ ਲਿਖਦਾ ਅਤੇ ਸ਼ਾਇਦ ਇਸ ਤੇ ਥੋੜ੍ਹਾ ਜਿਹਾ ਧਿਆਨ ਕਰਦਾ ਅਤੇ ਮੁੜ ਕੇ ਆਉਂਦਾ ਅਤੇ ਕਹਿੰਦਾ, ਪ੍ਰਭੂ, ਕੀ ਅਸੀਂ ਇਸ ਗੱਲ ਨੂੰ ਦੁਬਾਰਾ ਸ਼ੁਰੂ ਕਰੀਏ ਅਤੇ ਇਸ ਨੂੰ ਇੱਕ ਵਾਰ ਹੋਰ ਕਰੀਏ? ਮੈਂ ਇਸ ਦੀ ਇੱਕ ਵਾਰ ਹੋਰ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਮੈਂ ਸੋਚਦਾ ਹਾਂ, ਤੂੰ ਜੋ ਕਹਿ ਰਿਹਾ ਹੈ ਮੈਨੂੰ ਸਮਝ ਆ ਗਿਆ ਹੈ, ਪਰ ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਉਹ ਇਸ ਨੂੰ ਸਹੀ ਕਰਨ ਲਈ ਕਦੀ ਵਾਪਸ ਨਹੀਂ ਆਇਆ ਅਤੇ ਉਹ ਸੰਦੀਪਕ ਜਿਉਣ ਤੋਂ ਬਿਨਾਂ ਮਰ ਗਿਆ ਅਤੇ ਇਸ ਜੀਵਨ ਨੂੰ ਛੱਡ ਕੇ ਉਸ ਜੀਵਨ ਵਿੱਚ ਚਲਾ ਗਿਆ ਜੋ ਮਸੀਹ ਤੋਂ ਬਗੈਰ ਸੀ। ਕਿਉਂਕਿ ਉਸ ਨੇ ਸੰਦੇਸ਼ ਨੂੰ ਸੁਣਿਆ ਸੀ, ਉਸ ਦੇ ਅੰਦਰ ਉਹ ਸਾਮਰਥ ਸੀ ਕਿ ਉਹ ਸਹੀ ਫੈਸਲਾ ਲੈ ਸਕੇ। ਅਤੇ ਮੈਂ ਸੋਚਦਾ ਹਾਂ ਕਿ ਜੋ ਕੁਝ ਯਿਸੂ ਨੇ ਕਿਹਾ, ਉਹ ਉਸ ਤੇ ਵਿਸ਼ਵਾਸ ਕਰਦਾ ਸੀ। ਉਸ ਨੇ ਇਸ ਬਾਰੇ ਬਹਿਸ ਨਹੀਂ ਕੀਤੀ, ਪਰ ਉਸ ਅੰਦਰ ਆਪਣੇ ਪੁਰਾਣੇ ਪਰਮੇਸ਼ਰ ਨੂੰ ਛੱਡ ਕੇ ਅਸਲ ਪਰਮੇਸ਼ਰ ਨੂੰ ਪਾਉਣ ਦੀ ਇੱਛਾ ਨਹੀਂ ਸੀ। ਮੈਨੂੰ ਹੈਰਾਨੀ ਹੁੰਦੀ ਹੈ ਕਿ ਅੱਜ ਸਾਡੇ ਆਲੇ ਦੁਆਲੇ ਵੀ ਇਹੋ ਜਿਹੇ ਲੋਕ ਹਨ। ਤੁਸੀਂ ਕਲੀਸਿਆ ਵਿੱਚ ਵੱਡੇ ਹੋਏ ਹੋ, ਤੁਹਾਡੇ ਦੋਸਤ ਤੁਹਾਡੀ ਇੱਜ਼ਤ ਕਰਦੇ ਹਨ, ਤੁਸੀਂ ਬਹੁਤ ਸਾਰੀਆਂ ਕਲੀਸਿਆਂ ਦੇ ਮੈਂਬਰ ਬਣ ਸਕਦੇ ਹੋ ਅਤੇ ਫਿਰ ਵੀ ਪ੍ਰਭੂ ਨੂੰ ਨਹੀਂ ਜਾਣ ਸਕਦੇ ਹੋ। ਤੁਸੀਂ ਆਪਣੀ ਕਲੀਸਿਆ ਦੀ ਮੈਂਬਰਸ਼ਿਪ ਜਾਂ ਤੁਹਾਡੀ ਇਸ਼ਾਈ ਜਾਂ ਆਪਣੇ ਪਿਆਰ ਜਾਂ ਤੁਹਾਡੇ ਚੰਗੇ ਕੰਮਾਂ ਜਾਂ ਆਪਣੀ ਕਾਬਲੀਅਤ ਤੇ ਭਰੋਸਾ ਕੀਤਾ ਹੈ, ਪਰ ਤੁਸੀਂ ਪਰਮੇਸ਼ਰ ਤੇ ਭਰੋਸਾ ਨਹੀਂ ਕੀਤਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਜਦੋਂ ਸਵਰਗ ਨੂੰ ਜਾਣ ਦੀ ਗੱਲ ਆਉਂਦੀ ਹਾਂ ਤਾਂ ਸਿਰਫ ਇੱਕੋ ਹੀ ਰਾਹ ਹੈ ਅਤੇ ਉਹ ਹੈ ਯਿਸੂ ਮਸੀਹ ਰਾਹੀਂ ਹੈ ਅਤੇ ਤੁਸੀਂ ਸਿਰਫ ਉਸ ਤੇ ਪੂਰੀ ਤਰ੍ਹਾਂ ਭਰੋਸਾ ਕਰਕੇ ਹੀ ਉੱਥੇ ਜਾ ਸਕਦੇ ਹੋ। ਇਹ ਮਸੀਹ ਦੇ ਨਾਲ ਹੋਰ ਕੁਝ ਨਹੀਂ ਹੋ ਸਕਦਾ। ਇਹ ਮਸੀਹ ਅਤੇ ਹੋਰ ਕੁਝ ਨਹੀਂ ਹੈ। ਜਿਵੇਂ ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਵਾਰ ਕਿਹਾ, ਤੁਹਾਨੂੰ ਸੰਦੀਪਕ ਜੀਵਨ ਲਈ ਮਸੀਹ ਤੇ ਬਾਜੀ ਲਾਉਣੀ ਪਵੇਗੀ। ਤੁਹਾਨੂੰ ਸਭ ਕੁਝ ਉਸ ਲਈ ਦੌ ਤੇ ਲਾਉਣਾ ਪਵੇਗਾ। ਤੁਹਾਨੂੰ ਉਸ ਥਾਂ ਤੇ ਆਉਣਾ ਪਵੇਗਾ ਜਿੱਥੇ ਤੁਸੀਂ ਕਹਿ ਸਕੋ, ਜੇ ਮਸੀਹ ਸੰਦੀਪਕ ਜੀਵਨ ਦਾ ਜਵਾਬ ਨਹੀਂ ਹੈ ਤਾਂ ਇਸ ਦਾ ਕੋਈ ਜਵਾਬ ਨਹੀਂ ਹੈ। ਮੈਂ ਸਭ ਕੁਝ ਯਿਸੂ ਮਸੀਹ ਲਈ ਦੌ ਤੇ ਲਾਉਣ ਅਤੇ ਸੰਦੀਪਕ ਜੀਵਨ ਲਈ ਉਸ ਇਕੱਲੇ ਤੇ ਭਰੋਸਾ ਕਰਨ ਜਾ ਰਿਹਾ ਹਾਂ। ਤੁਸੀਂ ਮਸੀਹ ਕੋਲ ਇਸ ਤਰ੍ਹਾਂ ਆਉਂਦੇ ਹੋ, ਜੇ ਤੁਸੀਂ ਕਿਸੇ ਹੋਰ ਚੀਜ਼ ਤੇ ਭਰੋਸਾ ਕਰ ਰਹੇ ਹੋ, ਜਿਵੇਂ ਕਿ ਇਹ ਆਦਮੀ ਆਪਣੇ ਸੋਨੇ ਅਤੇ ਆਪਣੀ ਪ੍ਰਾਪਤੀ ਤੇ ਭਰੋਸਾ ਕਰ ਰਿਹਾ ਸੀ, ਤਾਂ ਤੁਸੀਂ ਕਦੇ ਵੀ ਮਸੀਹ ਤੇ ਸੰਪੂਰਨ ਭਰੋਸਾ ਕਰਨ ਦੇ ਯੋਗ ਨਹੀਂ ਹੋਵੋਗੇ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਜੋ ਸਮਾਨ ਅਤੇ ਧਨ ਦੌਲਤ ਜਾਂ ਇਹ ਸਭ ਨਹੀਂ ਰੱਖ ਸਕਦੇ, ਪਰ ਤੁਸੀਂ ਉਹਨਾਂ ਤੇ ਭਰੋਸਾ ਨਹੀਂ ਕਰ ਸਕਦੇ। ਤੁਹਾਡਾ ਭਰੋਸਾ ਸਿਰਫ ਮਸੀਹ ਤੇ ਹੋਣਾ ਚਾਹੀਦਾ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਉਸ ਥਾਂ ਤੇ ਆਉਣਾ ਹੈ ਜਿੱਥੇ ਤੁਸੀਂ ਕਹਿ ਸਕੋ, ਸਰਵ ਸ਼ਕਤੀਮਾਨ ਪਰਮੇਸ਼ਰ, ਜੋ ਤੁਸੀਂ ਆਪਣੇ ਪੁੱਤਰ ਯਿਸੂ ਮਸੀਹ ਦੁਆਰਾ ਮੇਰੇ ਲਈ ਕੀਤਾ, ਜਦੋਂ ਉਸ ਨੇ ਸਲੀਬ ਤੇ ਆਪਣੀ ਜਾਨ ਦਿੱਤੀ, ਮੈਂ ਉਸ ਨੂੰ ਸਮਝਦਾ ਹਾਂ ਅਤੇ ਮੈਂ ਉਸ ਬਿਨਾਂ ਕਿਸੇ ਸ਼ੱਕ ਤੇ ਮੁਕੰਮਲ ਤੌਰ ਤੇ ਭਰੋਸਾ ਕਰਦਾ ਹਾਂ। ਸਵਰਗ ਨੂੰ ਜਾਣ ਲਈ ਮੇਰੀ ਸਿਰਫ ਇਹੋ ਹੀ ਇੱਕ ਆਸ ਹੈ। ਮੈਂ ਸਿਰਫ ਉਸ ਇਕੱਲੇ ਤੇ ਅਤੇ ਜੋ ਉਸਨੇ ਸਲੀਬ ਤੇ ਕੀਤਾ ਹੈ, ਉਸ ਤੇ ਭਰੋਸਾ ਕਰਦਾ ਹਾਂ। ਅਤੇ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਇੱਕ ਮਸੀਹੀ ਜਾਂ ਇੱਕ ਵਿਸ਼ਵਾਸੀ ਬਣ ਜਾਂਦੇ ਹੋ। ਇਸ ਤਰ੍ਹਾਂ ਮਿਲਦਾ ਹੈ ਤੁਹਾਨੂੰ ਸੰਦੀਪਕ ਜੀਵਨ। ਤੁਹਾਨੂੰ ਸੰਦੀਪਕ ਜੀਵਨ ਤੁਹਾਡੀ ਮੁਕਤੀ ਲਈ ਇਕੱਲੇ ਯਿਸੂ ਮਸੀਹ ਤੇ ਭਰੋਸਾ ਕਰਨ ਨਾਲ ਹੀ ਮਿਲਦਾ ਹੈ। ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਕਰ ਚੁੱਕੇ ਹੋ ਕਿ ਤੁਸੀਂ ਪਿੱਛੇ ਵੇਖ ਕੇ ਇਹ ਕਹਿ ਸਕਦੇ ਹੋ, ਇੱਕ ਸਮਾਂ ਸੀ ਜਦੋਂ ਮੈਂ ਇਹ ਕੀਤਾ। ਮਸੀਹ ਕੋਲ ਆਉਣਾ ਸੰਸਾਰ ਵਿੱਚ ਇੱਕ ਬੱਚੇ ਦੇ ਆਉਣ ਵਰਗਾ ਹੈ। ਤੁਸੀਂ ਕੁਝ ਸਮੇਂ ਲਈ ਇਸ ਪ੍ਰਕਿਰਿਆ ਵਿੱਚ ਹੋ ਸਕਦੇ ਹੋ, ਪਰ ਇੱਕ ਦਿਨ ਹੈ ਜਦੋਂ ਤੁਸੀਂ ਜਨਮ ਲੈਂਦੇ ਹੋ। ਸਾਡੇ ਵਿੱਚ ਹਰ ਇੱਕ ਦਾ ਸਰੀਰਕ ਜਨਮ ਦਿਨ ਹੁੰਦਾ ਹੈ, ਕਿਉਂਕਿ ਅਸੀਂ ਉਸ ਦਿਨ ਵੱਲ ਇਸ਼ਾਰਾ ਕਰਦੇ ਹਾਂ ਜਦੋਂ ਅਸੀਂ ਆਪਣੀ ਮਾਂ ਦੀ ਕੁੱਖ ਵਿੱਚੋਂ ਇਸ ਸੰਸਾਰ ਵਿੱਚ ਆਏ ਅਤੇ ਅਸੀਂ ਨਵੇਂ ਜੰਮੇ ਸੀ। ਅਤੇ ਜਦੋਂ ਤੁਸੀਂ ਮਸੀਹ ਕੋਲ ਆਉਣ ਦੇ ਰਾਸਤੇ ਵਿੱਚ ਹੋ ਅਤੇ ਇਹਨਾਂ ਸਭ ਗੱਲਾਂ ਬਾਰੇ ਸੋਚ ਰਹੇ ਹੋ, ਇੱਕ ਦਿਨ ਹੈ, ਵਕਤ ਦੀ ਇੱਕ ਘੜੀ, ਜਦੋਂ ਤੁਸੀਂ ਪ੍ਰਾਰਥਨਾ ਦੁਆਰਾ ਮਸੀਹ ਨੂੰ ਕਬੂਲ ਕਰਨਾ ਹੈ ਅਤੇ ਉਸ ਦਿਨ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਜਨਮ ਲੈਣਾ ਹੈ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਅਜਿਹਾ ਇੱਕ ਦਿਨ ਸੀ? ਤੁਹਾਨੂੰ ਉਹੀ ਤਰੀਕ ਯਾਦ ਕਰਨ ਦੀ ਲੋੜ ਨਹੀਂ ਹੈ, ਪਰ ਇੱਕ ਦਿਨ ਸੀ।
ਵਕਤ ਦੀ ਇੱਕ ਘੜੀ ਸੀ ਜਦੋਂ ਮਸੀਹ ਤੁਹਾਡੀ ਜ਼ਿੰਦਗੀ ਵਿੱਚ ਵਾਸ ਕਰਨ ਲਈ ਆਇਆ ਅਤੇ ਤੁਸੀਂ ਉਸ ਉੱਤੇ ਭਰੋਸਾ ਕੀਤਾ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਅਮੀਰ ਜਵਾਨ ਹਾਕਮ ਦੇ ਬਾਰੇ ਜਾਣ ਰਹੇ ਸੀ, ਜੋ ਕਿ ਪ੍ਰਭੂ ਯਿਸੂ ਜੀ ਨੂੰ ਮਿਲਣ ਆਂਦਾ ਹੈ। ਉਹ ਮੁਕਤੀ ਦੀ ਖੋਜ ਵਿੱਚ ਸੀ। ਬਾਈਬਲ ਬਾਣੀ ਆਖਦੀ ਹੈ ਕਿ ਪ੍ਰਭੂ ਯਿਸੂ ਤੋਂ ਇਲਾਵਾ ਕਿਸੇ ਹੋਰ ਦੇ ਕੋਲ ਮੁਕਤੀ ਨਹੀਂ ਹੈ, ਸਿਰਫ ਇਹੋ ਹੀ ਇੱਕ ਰਸਤਾ ਹੈ। ਇਸੇ ਲਈ ਉਹ ਪ੍ਰਭੂ ਯਿਸੂ ਜੀ ਦੇ ਕੋਲ ਆਇਆ ਸੀ। ਅਸੀਂ ਜਾਣਿਆ ਕਿ ਇਹ ਅਮੀਰ ਜਵਾਨ ਹਾਕਮ ਪਰਮੇਸ਼ਵਰ ਦੇ ਹੁਕਮਾਂ ਬਾਰੇ ਕੀ ਵਿਚਾਰ ਰੱਖਦਾ ਹੈ। ਪ੍ਰਭੂ ਯਿਸੂ ਜੀ ਉਸ ਨੂੰ ਇਸ ਬਾਰੇ ਜਾਂਚਦੇ ਹਨ। ਪ੍ਰਭੂ ਯਿਸੂ ਜੀ ਉਸ ਨੂੰ ਹੁਕਮਾਂ ਬਾਰੇ ਇਸ ਲਈ ਪੁੱਛ ਰਹੇ ਸੀ ਤਾਂ ਜੋ ਉਸ ਨੂੰ ਉਸ ਦੀ ਪਾਪਾਂ ਦੀ ਮਾਫੀ ਦੀ ਜ਼ਰੂਰਤ ਨੂੰ ਵਿਖਾ ਸਕਣ। ਅਸੀਂ ਜਾਣਿਆ ਕਿ ਉਹ ਪਰਮੇਸ਼ਰ ਤੋਂ ਜ਼ਿਆਦਾ ਆਪਣੀ ਧਨ ਦੌਲਤ ਦੇ ਉੱਤੇ ਭਰੋਸਾ ਰੱਖਦਾ ਸੀ ਅਤੇ ਉਹਨੂੰ ਮਾਫੀ ਦੀ ਜ਼ਰੂਰਤ ਸੀ। ਅਸੀਂ ਜਾਣਿਆ ਕਿ ਹੁਕਮ ਸਾਨੂੰ ਮਸੀਹ ਨਹੀਂ ਬਣਾ ਸਕਦੇ, ਪਰ ਉਹ ਸਾਨੂੰ ਸਾਡੇ ਪਾਪਾਂ ਨੂੰ ਵਿਖਾਉਂਦੇ ਹਨ। ਇਹ ਇੱਕ ਪ੍ਰਕਾਰ ਦਾ ਸ਼ੀਸ਼ਾ ਹੈ ਜਿਸ ਦੇ ਵਿੱਚ ਅਸੀਂ ਆਪਣੀ ਕਮਜ਼ੋਰੀਆਂ ਨੂੰ ਵੇਖ ਸਕਦੇ ਹਾਂ ਕਿ ਅਸੀਂ ਕਿੱਥੇ ਗਲਤ ਹਾਂ। ਅਸੀਂ ਜਾਣਿਆ ਕਿ ਸਾਡੇ ਚੰਗੇ ਕੰਮ, ਸਾਡੀ ਅੱਛਾਈ ਸਾਨੂੰ ਸਵਰਗ ਦੇ ਵਿੱਚ ਲੈ ਕੇ ਨਹੀਂ ਜਾ ਸਕਦੀ, ਪਰ ਸਿਰਫ ਇੱਕੋ ਇੱਕ ਅੱਛਾਈ ਸਾਨੂੰ ਪਰਮੇਸ਼ਰ ਦੇ ਕੋਲ ਸਵਰਗ ਦੇ ਵਿੱਚ ਲੈ ਕੇ ਜਾ ਸਕਦੀ ਹੈ, ਅਤੇ ਉਹ ਪਰਮੇਸ਼ਰ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਸਲੀਬ ਦੇ ਉੱਤੇ ਵਹਾਏ ਹੋਏ ਖੂਨ ਦੀ ਅੱਛਾਈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਹਾਂ ਤਾਂ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਫੀਡਬੈਕ ਜ਼ਰੂਰ ਦਿਓ। ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਤੇ ਆਪਣੇ ਵਚਨ ਦੀ ਕਿਰਪਾ ਕੀਤੀ। ਸਾਨੂੰ ਪਿਤਾ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਸਾਨੂੰ ਬਰਕਤ ਦਿੱਤੀ। ਅੱਜ ਅਸੀਂ ਪਿਤਾ ਪਰਮੇਸ਼ਰ ਉਸ ਅਮੀਰ ਹਾਕਮ ਦੇ ਬਾਰੇ ਜਾਣ ਸਕੇ ਪ੍ਰਭੂ, ਜਿਸ ਨੂੰ ਮੁਕਤੀ ਦੀ ਲੋੜ ਸੀ। ਉਹ ਧਨੀ ਤਾਂ ਸੀ, ਲੇਕਿਨ ਪਿਤਾ ਪਰਮੇਸ਼ਰ ਮੁਕਤੀ ਦੇ ਮਾਮਲੇ ਵਿੱਚ ਕੰਗਾਲ ਸੀ। ਤੁਸੀਂ ਪਿਤਾ ਪਰਮੇਸ਼ਰ ਉਸ ਦੀ ਇਸ ਜ਼ਰੂਰਤ ਨੂੰ ਉਸ ਨੂੰ ਦਿਖਾਇਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅਸੀਂ ਵੀ ਇਸ ਜ਼ਰੂਰਤ ਨੂੰ ਦੇਖਿਆ ਕਿ ਜੇਕਰ ਅੱਜ ਅਸੀਂ ਸਫਲ ਇਨਸਾਨ ਹਾਂ ਜਾਂ ਸਾਡੇ ਕੋਲ ਬਹੁਤ ਸਾਰਾ ਧਨ ਦੌਲਤ ਹੈ, ਪ੍ਰਭੂ ਸਾਡੀ ਇਹ ਸਾਰੀ ਚੀਜ਼ਾਂ ਬੇਕਾਰ ਹੈ, ਕਿਉਂਕਿ ਅਸੀਂ ਇਹਨਾਂ ਦੇ ਦੁਆਰਾ ਸਵਰਗ ਵਿੱਚ ਨਹੀਂ ਜਾ ਸਕਦੇ। ਪ੍ਰਭੂ ਜੀ, ਸਵਰਗ ਵਿੱਚ ਜਾਣ ਲਈ ਅਸੀਂ ਸਿਰਫ ਔਰ ਸਿਰਫ ਤੁਹਾਡੇ ਲਹੂ ਦੇ ਦੁਆਰਾ ਹੀ ਪਵਿੱਤਰ ਕੀਤੇ ਜਾ ਸਕਦੇ ਹਾਂ, ਅਤੇ ਤੁਹਾਡਾ ਲਹੂ ਹੀ ਸਾਨੂੰ ਸਵਰਗ ਵਿੱਚ ਦਾਖਲਾ ਦਿਵਾਉਂਦਾ ਹੈ। ਧੰਨਵਾਦ ਕਰਦੇ ਹਾਂ ਇਸ ਸੱਚੇ ਵਚਨ ਦੇ ਲਈ। ਸਾਡੇ ਇਸ ਪ੍ਰੋਗਰਾਮ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੜੀ ਆਸ਼ੀਸ਼ ਤੇ ਬਰਕਤ ਦਿਓ ਤੇ ਉਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰਾ ਕਰੋ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।